सब बोलिए हालेलुया 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 हालेलुया। हालेलुया। सब नूं मेरे मसीह विच प्यार भरी जय मसीह दी। मैं परमेश्वर का बहुत बहुत धन्नवाद करदा कि जिन्हें हुण तक संभाल के रखे और अपने कदमां दे विच और अपनी हजूरी विच लैके आंदा कि परमेश्वर के वचन नूं असीं बड़े ध्यान नाल सीख सकीए कि परमेश्वर की कृपा परमेश्वर की दया कि जो सानूं हर दिन अपने वचनां दे नाल तृप्त करदा और अपने वचनां नाल सानूं आसीस और बरकत दिंदा। हालेलुया हालेलुया। वचन च लिखिया है दुखां दे दिन मैनूं पुकार मैं तैनूं छुड़ावांगा और तू मेरी वडियाई। और वचन च लिखिया जबूर 107 विच कि वो अपना वचन घल के उन्हां नूं चंगा करदा ते आउण वाली तबाही तो बचाउंदा। हालेलुया। चंगा करन वाला परमेश्वर आज़ाद करन वाला परमेश्वर। जद असीं वचन च जाने तो बहुत सारे लोगों नूं यीशु मसीह ने चंगा किया, बहुत सारे दुखियां बीमारां नूं परमेश्वर ने चंगा किया, अंधियां नूं प्रभु ने चंगा किया, गुंगियां बहरियां नूं कोड़ियां नूं यीशु ने पाक साफ किया। हालेलुया। पर जद वचन च असीं सिੱਖਦੇ ਹਾਂ ते प्रभु ने हर एक नूं ये गल कही तेरे विश्वास ने तैनूं चंगा किया। मैं हुण भी गल कर रहा सी कि ਜਿਹੜਾ ਬੰਦਾ ਪ੍ਰਭੂ ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰਦਾ ਵਾ 100% ਜਿਹਨੂੰ ਕਿੰਨੇ ਵਿਸ਼ਵਾਸ ਕਰਦਾ ਉਹ ਮੈਡੀਸਨ ਨਹੀਂ ਵੀ ਲੈਂਦਾ ਦਵਾ ਕਰਦਾ ਤੇ ਪ੍ਰਾਰਥਨਾ ਤੇ ਵਿਸ਼ਵਾਸ ਕਰਦਾ ਤੇ ਉਹ ਠੀਕ ਹੋ ਸਕਦਾ। ਹਾਲੇਲੂਇਆ। ਪਰ ਸਭ ਲੋਕੀ ਪਰਮੇਸ਼ਰ ਤੇ ਪੂਰਾ ਵਿਸ਼ਵਾਸ ਨਹੀਂ ਕਰਦੇ। ਵਿਸ਼ਵਾਸ ਦਾ ਅਰਥ ਹੁੰਦਾ ਕਿ ਆਪਣੇ ਬੁਰੇ ਕੰਮਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਰੱਬ ਤੇ ਵਿਸ਼ਵਾਸ ਕਰਨਾ, ਉਹਦੇ ਵਚਨ ਨੂੰ ਮੰਨਣ ਕਰਨਾ, ਆਪਣੀ ਜ਼ਿੰਦਗੀ 'ਚ ਉਹਨੂੰ ਮੰਨਣਾ। ਔਰ ਕੋਈ ਵੀ ਬਿਮਾਰੀ ਜਿਹੜੀ ਠਹਿਰ ਨਹੀਂ ਸਕਦੀ। ਪ੍ਰਭੂ ਦੀ ਕਿਰਪਾ ਦੁਆਰਾ ਸਭ ਕੁਝ ਠੀਕ ਹੋ ਸਕਦਾ। ਪ੍ਰਭੂ ਕੋੜੀਆਂ ਨੂੰ ਠੀਕ ਕਰ ਸਕਦਾ ਹੈ, ਜਿਹੜੇ ਲਾਇਲਾਜ ਸੀ, ਜਮਾਂਦਰੂ ਅੰਨ੍ਹਿਆਂ ਗੁੰਗਿਆਂ ਬਹਿਰਿਆਂ ਨੂੰ ਠੀਕ ਕਰ ਸਕਦਾ ਹੈ। ਤੇ ਬਾਈਬਲ 'ਚ ਲਿਖਿਆ ਪਰਮੇਸ਼ਰ ਦੇ ਜੁਗੋ ਜੁਗ ਇੱਕੋ ਜਿਹਾ, ਉਹ ਅੱਜ ਵੀ ਕਰਦਾ। ਤੁਸੀਂ ਕਿੰਨੀਆਂ ਗਵਾਹੀਆਂ ਰੋਜ਼ ਸੁਣਦੇ ਆ, ਰਸੌਲੀਆਂ ਗਾਇਬ ਹੋਣ ਦੀਆਂ, ਪੱਥਰੀਆਂ ਗਾਇਬ ਹੋਣ ਦੀਆਂ, ਵੀ ਔਲਾਦ ਭੈਣਾਂ ਦੀਆਂ ਕਿੱਦਾਂ ਪਰਮੇਸ਼ਰ ਨੇ ਉਹਨਾਂ ਨੂੰ ਬੱਚਿਆਂ ਨਾਲ ਬਲੈਸ ਕੀਤਾ। ਕਮ ਸੇ ਕਮ ਹਰ ਇੱਕ ਮੇਰੇ ਹਿਸਾਬ ਨਾਲ ਸਾਡੇ ਚਰਚ 'ਚ ਗਵਾਹੀ ਹੈਗੀ ਏਡਸ ਤੱਕ ਲੋਕੀ ਠੀਕ ਹੋ ਚੁੱਕੇ ਆ। 20 ਸਾਲ ਤੋਂ ਪਾਗਲ ਇੱਕ ਭੈਣ ਨੂੰ ਪ੍ਰਭੂ ਨੇ ਠੀਕ ਕੀਤਾ। ਹਾਲੇਲੂਇਆ। ਜੇ ਪਰਮੇਸ਼ਰ ਏਡੇ ਏਡੇ ਵੱਡੇ ਕੰਮ ਕਰ ਸਕਦਾ ਤੇ ਛੋਟੇ ਕੰਮ ਕਿਉਂ ਨਹੀਂ ਕਰ ਸਕਦਾ। ਉਹ ਛੋਟੇ ਕੰਮਾਂ 'ਚ ਔਰ ਵੱਡੇ ਕੰਮਾਂ 'ਚ ਵੀ ਮਹਾਨ। ਹਾਲੇਲੂਇਆ ਹਾਲੇਲੂਇਆ। ਅੱਜ ਅਸੀਂ ਇਹੀ ਗੱਲਾਂ ਨੂੰ ਸਿੱਖਾਂਗੇ ਪਰਮੇਸ਼ਰ ਦੇ ਵਚਨ ਦੇ ਦੁਆਰਾ ਕਿ ਸਾਨੂੰ ਨਿਸ਼ਚੈ ਦੇ ਸੂਰਬੀਰ ਬਣਨਾ। ਅਸੀਂ ਕਦੀ ਵੀ ਪਰਮੇਸ਼ਰ ਦੀ ਬਾਣੀ ਤੇ ਸ਼ੱਕ ਨਹੀਂ ਕਰਨਾ। ਸ਼ੱਕ ਜਿਹੜਾ ਪਰਮੇਸ਼ਰ ਵੱਲੋਂ ਨਹੀਂ, ਉਹ ਸ਼ੈਤਾਨ ਵੱਲੋਂ। ਡਰ ਜਿਹੜਾ ਵਾ ਪਰਮੇਸ਼ਰ ਵੱਲੋਂ ਨਹੀਂ, ਉਹ ਸ਼ੈਤਾਨ ਵੱਲੋਂ। ਇੱਕ ਡਰ ਹੁੰਦਾ ਜਿਹੜਾ ਰੱਬ ਦਾ ਡਰ ਰੱਖਣਾ। ਇੱਕ ਡਰ ਵਾ ਜਿਹੜਾ ਡਰ ਹੋਣਾ ਪਤਾ ਨਹੀਂ ਇਹ ਕੰਮ ਹੋਣਾ ਕਿ ਨਹੀਂ, ਪਤਾ ਨਹੀਂ ਇਸ ਤਰ੍ਹਾਂ ਮੈਨੂੰ ਇੱਦਾਂ ਨਾ ਹੋ ਜਾਏ, ਇਸ ਤਰ੍ਹਾਂ ਮੈਨੂੰ ਇੱਦਾਂ ਨਾ ਹੋ ਜਾਏ। ਜਦੋਂ ਸਾਡੇ ਅੱਗੇ ਮੁਸ਼ਕਿਲ ਆਉਂਦੀ ਹੈ ਤੇ ਸ਼ੈਤਾਨ ਕੀ ਕਰਦਾ, ਸਾਨੂੰ ਡਰਾਉਂਦਾ ਵਾ। ਉਹ ਸਾਡੇ ਅੱਗੇ ਉਹੀ ਚੀਜ਼ਾਂ ਨੂੰ ਲੈ ਕੇ ਆਉਂਦਾ ਵਾ, ਲੈ ਫਲਾਣੇ ਨੂੰ ਇਹ ਰੋਗ ਲੱਗਾ ਉਹ ਤੇ ਮਰ ਗਿਆ, ਫਲਾਣੇ ਨੂੰ ਇੱਦਾਂ ਉਹ ਵੀ ਮਰ ਗਿਆ, ਫਲਾਣੇ ਨੂੰ ਇੱਦਾਂ ਉਹਨੂੰ ਇੱਦਾਂ ਹੋ ਗਿਆ। ਕਿਉਂਕਿ ਸ਼ੈਤਾਨ ਸਾਡੇ ਮਨ ਵਿੱਚ ਉਹ ਗੱਲਾਂ ਪਾਉਂਦਾ ਵਾ ਜਿਹਦੇ ਨਾਲ ਸਾਡੇ ਅੰਦਰ ਜਿਹੜਾ ਸ਼ੱਕ ਪੈਦਾ ਕਰੇ, ਪਰਮੇਸ਼ਰ ਦੇ ਪ੍ਰਤੀ ਇਹ ਵਿਸ਼ਵਾਸ ਪੈਦਾ ਕਰੇ, ਪਰਮੇਸ਼ਰ ਦੇ ਪ੍ਰਤੀ ਵੀ ਅਸੀਂ ਉਹ ਸਾਨੂੰ ਡਾਵਾਂ ਡੋਲ ਕਰਦੇ ਕਿ ਸਾਨੂੰ ਪਰਮੇਸ਼ਰ 'ਤੇ ਵਿਸ਼ਵਾਸ ਕਰਨਾ ਹੀ ਅਣਹੋਣਾ ਆ ਜਾਏ। ਹਾਲੇਲੂਇਆ। ਪਰ ਵਿਸ਼ਵਾਸ ਕਰਨ ਵਾਲਿਆਂ ਲਈ ਪ੍ਰਭੂ ਸਭ ਕੁਝ। ਅਸੀਂ ਆਪਣੇ ਬਾਪ 'ਤੇ ਸ਼ੱਕ ਨਹੀਂ ਹੈ ਕਰਨਾ, ਸਾਨੂੰ ਆਪਣੇ ਬਾਪ 'ਤੇ ਵਿਸ਼ਵਾਸ, ਅਸੀਂ ਉੱਤੇ ਵਿਸ਼ਵਾਸ ਕਰਨਾ। ਹਾਲੇਲੂਇਆ। ਮੈਨੂੰ ਆਪਣੇ ਬਾਪ 'ਤੇ ਵਿਸ਼ਵਾਸ ਆ, ਉਹਨੇ ਮੇਰੇ ਲਈ ਬਹੁਤ ਵੱਡੇ ਵੱਡੇ ਕੰਮ ਕੀਤੇ। ਸ਼ੂਗਰ ਇੱਕ ਲਾਇਲਾਜ ਬਿਮਾਰੀ ਜਿੱਤੋਂ ਪ੍ਰਭੂ ਨੇ ਮੈਨੂੰ ਚੰਗਾ ਕੀਤਾ। ਡਿਸਕ ਦੀ ਪ੍ਰੋਬਲਮ ਮੇਰੇ ਉੱਤੇ ਹੀ ਪ੍ਰਭੂ ਨੇ ਮੈਨੂੰ ਚੰਗਾ ਕੀਤਾ। ਬੀਪੀ ਦੀ ਮੈਨੂੰ ਪ੍ਰੋਬਲਮ ਆਈ, ਹਾਰਟ ਦੇ ਪ੍ਰਤੀ ਬੀਪੀ ਵਧਣਾ, ਉਹ ਤੋਂ ਮੈਨੂੰ ਪ੍ਰਭੂ ਨੇ ਚੰਗਾ ਕੀਤਾ। ਹਾਲੇਲੂਇਆ। ਬਹੁਤ ਸਾਰੀਆਂ ਬਿਮਾਰੀਆਂ ਤੋਂ ਪਰਮੇਸ਼ਰ ਨੇ ਮੈਨੂੰ ਚੰਗਾ ਕੀਤਾ। ਮੈਂ ਵਿਸ਼ਵਾਸ ਕਰਦਾ ਕਿ ਜਿਹਨੇ ਮੈਨੂੰ ਚੰਗਾ ਕੀਤਾ ਉਹ ਤੁਹਾਨੂੰ ਵੀ ਚੰਗਾ ਕਰੇਗਾ। ਉਹਨੇ ਮੇਰੇ ਜੀਵਨ ਨੂੰ ਬਦਲ ਦਿੱਤਾ। ਅਸ਼ਾਂਤੀ ਜੀਵਨ ਦੇ ਵਿੱਚ ਹੀ ਮੈਂ ਕਿੱਥੇ ਚਾਹੁੰਦਾ ਕਿ ਮੈਂ ਆਤਮ ਹੱਤਿਆ ਕਰ ਲਾਂ, ਆਪਣਾ ਨੁਕਸਾਨ ਕਰਾਂ, ਕਿੱਥੇ ਪਰਮੇਸ਼ਰ ਨੇ ਮੈਨੂੰ ਆਪਣੀ ਸ਼ਾਂਤੀ ਦਿੱਤੀ, ਮੇਰੇ ਜੀਵਨ ਨੂੰ ਬਦਲ ਦਿੱਤਾ। ਹਾਲੇਲੂਇਆ। ਜੋ ਮੇਰਾ ਸੁਭਾਅ ਬਦਲ ਸਕਦਾ, ਮੇਰੇ ਜੀਵਨ ਨੂੰ ਬਦਲ ਸਕਦਾ, ਮੇਰੇ ਕੰਮਾਂ ਨੂੰ ਬਦਲ ਸਕਦਾ, ਉਹ ਤੁਹਾਨੂੰ ਵੀ ਬਦਲ ਸਕਦਾ। ਤੁਹਾਡੇ ਜੀਵਨ 'ਚ ਵੀ ਚਮਤਕਾਰ
ਕਰ ਸਕਦਾ। ਹਾਲੇਲੂਇਆ। ਇਸ ਕਰਕੇ ਅਸੀਂ ਪ੍ਰਭੂ ਤੇ ਕੀ ਕਰਨਾ ਵਾ? ਵਿਸ਼ਵਾਸ ਕਰਨਾ। ਹਾਲੇਲੂਇਆ। ਅਸੀਂ ਇੱਕ ਵਚਨ ਪੜਾਂਗੇ ਇਬਰਾਨੀਆਂ 11 ਦੇ ਉਹਦਾ 6 ਵਚਨ। ਅਤੇ ਨਿਸ਼ਚਾ ਦੇ ਬਾਅਦ ਜੋ ਉਹਦੇ ਮਨ ਨੂੰ ਭਾਉਣਾ ਅਣਹੋਣਾ ਹੈ, ਕਿਉਂਕਿ ਜਿਹੜਾ ਪਰਮੇਸ਼ਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣੀਆਂ ਤਾਲਬਾਂ ਦਾ ਫਲ ਦਾਤਾ ਹੈ। ਹਾਲੇਲੂਇਆ। ਜੇ ਤੁਸੀਂ ਯਿਸੂ ਕੋਲ ਅੱਜ ਆਏ ਹੋ ਤੇ ਸ਼ੱਕ ਨਹੀਂ ਕਰਨੀ। ਪਹਿਲਾਂ ਮੈਂ ਦੱਸ ਚੁੱਕਾ ਕਿ ਸ਼ੱਕ ਜਿਹੜਾ ਵਾ ਉਹ ਸ਼ੈਤਾਨ ਵੱਲੋਂ, ਪਰਮੇਸ਼ਰ ਵੱਲੋਂ। ਜੇ ਤੁਸੀਂ ਪ੍ਰਭੂ ਕੋਲ ਅੱਜ ਆਏ ਤੇ ਫਿਰ ਡਰ ਨਹੀਂ ਰੱਖਣਾ। ਡਰ ਜਿਹੜਾ ਵਾ ਪਰਮੇਸ਼ਰ ਵੱਲੋਂ ਨਹੀਂ ਹੈ। ਡਰਦਾ ਉਹ ਇਨਸਾਨ ਆ ਜਿਹੜੇ ਬੰਦੇ ਨੂੰ ਪੂਰੀ ਤਰ੍ਹਾਂ ਪ੍ਰਭੂ ਤੇ ਵਿਸ਼ਵਾਸ ਨਹੀਂ, ਜਾਂ ਜਿਹਦੇ ਅੰਦਰ ਪ੍ਰਭੂ ਦਾ ਪੂਰੀ ਤਰ੍ਹਾਂ ਪਿਆਰ ਨਹੀਂ ਹੈਗਾ। ਹਾਲੇਲੂਇਆ। ਜੇ ਸਾਡੇ ਅੰਦਰ ਪ੍ਰਭੂ ਦਾ ਪੂਰਾ ਪਿਆਰ ਹੋਊਗਾ ਤੇ ਸਾਡੇ ਅੰਦਰ ਡਰ ਨਹੀਂ ਹੋਊਗਾ। ਮੈਨੂੰ ਇੱਕ ਭਾਈ ਕਹਿਣ ਲੱਗਾ, ਪਾਸਟਰ ਸੀ, ਕਹਿੰਦੇ ਕਿ ਮੈਨੂੰ ਇਹ ਦੱਸੋ ਕਿ ਸ਼ੂਗਰ ਦੀ ਬਿਮਾਰੀ ਤੋਂ ਠੀਕ ਕਿੱਦਾਂ ਹੋ ਗਏ? ਹਾਲੇਲੂਇਆ। ਮੈਨੂੰ ਕਿਹਾ ਕਿ ਮੈਂ ਆਪਣੇ ਬਾਪ ਤੇ ਵਿਸ਼ਵਾਸ। ਬਾਈਬਲ 'ਚ ਲਿਖਿਆ ਸੰਪੂਰਨ ਪਿਆਰ ਜਿਹੜਾ ਧੜਕੇ ਨੂੰ ਮਿਟਾ ਦਿੰਦਾ। ਮੈਂ ਕਿਹਾ ਜੇ ਮੇਰਾ ਘੱਟ ਵਿਸ਼ਵਾਸ ਹੁੰਦਾ ਤੇ ਮੇਰਾ ਦਿਲ ਅੰਦਰੋਂ ਧੜਕਣਾ ਸੀ ਕਿ ਪਤਾ ਨਹੀਂ ਪਰਮੇਸ਼ਰ ਕਰ ਸਕਦਾ ਕਿ ਨਹੀਂ। ਮੈਂ ਕਿਹਾ ਮੇਰਾ ਇੰਨਾ ਵਿਸ਼ਵਾਸ ਹੀ ਆਪਣੇ ਬਾਪ ਤੇ। ਮੈਂ ਇੱਕੋ ਗੱਲ ਕਹੀ ਸੀ ਪ੍ਰਭੂ ਨੂੰ ਕਿ ਜੀਣਾ ਵੀ ਤੇਰੇ ਵਿੱਚ ਤੇ ਮਰਨਾ ਵੀ ਤੇਰੇ। ਮੈਂ ਜਦ ਗੋਲੀ ਖਾਂਦਾ ਸ਼ੂਗਰ ਦੀ, ਰੋਜ਼ ਇੱਕ ਗੋਲੀ ਮੈਨੂੰ ਖਾਣੀ ਪੈਂਦੀ ਸੀ, ਤੇ ਜਦੋਂ ਮੈਂ ਕਿਸੇ ਨੂੰ ਪ੍ਰਚਾਰ ਕਰਦਾ ਤੇ ਮੈਨੂੰ ਸ਼ਰਮ ਆਉਂਦੀ ਸੀ ਅੰਦਰ ਅੰਦਰ ਕਿ ਮੈਂ ਦੂਸਰੇ ਨੂੰ ਕਿਵੇਂ ਵਿਸ਼ਵਾਸ ਦਿਵਾ ਸਕਦਾ ਜਿਹੜਾ ਖੁਦ ਆਪਣੀ ਬਾਈਬਲ ਵਾਲੇ ਬੈਗ ਵਿੱਚ ਇੱਕ ਗੋਲੀਆਂ ਦਾ ਪੱਤਾ ਰੱਖ ਕੇ ਬੈਠਾ। ਹਾਲੇਲੂਇਆ। ਮੇਰੇ ਅੰਦਰ ਇੱਦਾਂ ਹੁੰਦਾ ਕਿ ਮੈਂ ਕਿੱਦਾਂ ਉਹਨਾਂ ਨੂੰ ਦੱਸਾਂ ਕਿ ਪਰਮੇਸ਼ਰ ਠੀਕ ਕਰ ਸਕਦਾ ਜਦੋਂ ਮੈਂ ਠੀਕ ਨਹੀਂ ਹੈਗਾ। ਹਾਲੇਲੂਇਆ। ਹਰ ਇੱਕ ਦਿਨ ਮੈਂ ਰਾਤ ਪ੍ਰਾਰਥਨਾ ਕਰਿਆ ਸੀ, ਪਰ ਪ੍ਰਭੂ ਦੀ ਆਤਮਾ ਨੇ ਮੈਨੂੰ ਅਗਵਾਈ ਕੀਤਾ ਕਿ ਮੈਂ ਅੱਜ ਤੋਂ ਗੋਲੀ ਨਹੀਂ ਖਾਣੀ। ਵਿਸ਼ਵਾਸ ਕੀਤਾ ਮੈਨੂੰ ਉਹਨੇ ਵਿਸ਼ਵਾਸ ਦਿੱਤਾ। ਹਾਲੇਲੂਇਆ। ਮੈਂ ਇੱਕ ਦਿਨ ਗੋਲੀ ਨਹੀਂ ਖਾਧੀ। ਮੈਨੂੰ ਫੇਰ ਵੀ ਸ਼ੂਗਰ ਜਿਹੜੀ ਜਦੋਂ ਵੱਧਦੀ ਸੀ ਤੇ ਮੈਨੂੰ ਮਹਿਸੂਸ ਹੋ ਜਾਂਦੀ ਹੈ, ਮਹਿਸੂਸ ਹੋਵੇ ਪਰ ਮੈਂ ਗੋਲੀ ਨਹੀਂ ਖਾਧੀ। ਫਿਰ ਦੂਸਰੇ ਦਿਨ ਵੀ ਉਹ ਸ਼ੂਗਰ ਮੈਨੂੰ ਮਹਿਸੂਸ ਹੋਵੇ ਪਰ ਮੈਂ ਗੋਲੀ ਨਹੀਂ। ਤੀਜੇ ਦਿਨ ਵੀ ਮੈਨੂੰ ਮੁਸ਼ਕਲ ਲੱਗੇ, ਮੈਂ ਗੋਲੀ ਨਹੀਂ ਖਾਧੀ। ਹਾਲੇਲੂਇਆ। ਔਰ ਤਕਰੀਬਨ ਚੌਥਾ ਕੁ ਦਿਨ ਹੀ ਤੇ ਮੈਨੂੰ ਉਹ ਸਾਰਾ ਕੁਝ ਸ਼ੂਗਰ ਜਿਹੜੀ ਮਹਿਸੂਸ ਹੁੰਦੀ ਸੀ ਬਿਲਕੁਲ ਮਹਿਸੂਸ ਹੋਣਾ ਠੀਕ ਲੱਗਣ ਲੱਗਾ ਮੈਨੂੰ ਆਪਣੇ ਆਪ 'ਚ। ਹਾਲੇਲੂਇਆ। ਮੈਂ ਚੱਲਦਾ ਫਿਰਦਾ ਪਹਿਲਾਂ ਮੇਰਾ ਸਰੀਰ ਥੱਕ ਜਾਂਦਾ ਸੀ, ਮੇਰੀਆਂ ਲੱਤਾਂ 'ਚ ਖੱਲੀਆਂ ਪੈ ਜਾਂਦੀਆਂ ਸੀ, ਚੱਲਣ ਫਿਰਨ 'ਚ ਸਾਹ ਲਾਉਂਦਾ ਸੀ, ਸਾਹ ਲੱਗਦਾ ਸੀ, ਮੁਸ਼ਕਲ ਲੱਗਦੀ। ਫਿਰ ਮੈਂ ਜਦੋਂ ਮੈਨੂੰ ਵਿਸ਼ਵਾਸ ਹੋ ਗਿਆ ਚੌਥੇ ਕੁ ਦਿਨ, ਮੈਂ ਕਿਹਾ ਅੱਜ ਮੈਂ ਆਪਣੇ ਆਪ ਨੂੰ ਚੈੱਕ ਕਰਨਾ ਕਿ ਮੈਂ ਹੁਣ ਮਿੱਠੀਆਂ ਚੀਜ਼ਾਂ ਕਿੰਨੀਆਂ ਕੁ ਖਾ ਸਕਦਾ। ਹਾਲੇਲੂਇਆ। ਮੈਂ ਇੱਕ ਬਜ਼ੁਰਗ ਮਰੇ ਸੀ, ਉਹਦਾ ਕਾਠੀ ਉੱਥੇ ਗਿਆ, ਉਹਨਾਂ ਮਿੱਠੇ ਪਾਣੀ ਦੀ ਛਬੀਲ ਲਾਈ ਸੀ ਬਾਹਰ ਵਾਰੀ। ਮੈਂ 2-3 ਗਲਾਸ ਉਹ ਪੀ ਲਏ। ਫਿਰ ਅੱਗੇ ਗਿਆ, ਉਹਨਾਂ ਨੇ ਮਠਿਆਈ ਲਾਈ। ਇਕੱਠ ਦੇ ਵਿੱਚ ਕਾਫੀ ਵਧੀਆ ਪ੍ਰੋਗਰਾਮ ਸੀ। ਮੈਂ ਉੱਥੇ ਮਠਿਆਈਆਂ ਖਾਧੀਆਂ, ਪਕੌੜੇ ਖਾਧੇ, ਖਾਣਾ ਖਾਧਾ, ਮੈਨੂੰ ਕੋਈ ਮੁਸ਼ਕਲ। ਹਾਲੇਲੂਇਆ। ਫਿਰ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਕਿ ਪਰਮੇਸ਼ਰ ਨੇ ਮੈਨੂੰ ਸ਼ੂਗਰ ਤੋਂ ਚੰਗਾ ਕਰ ਦਿੱਤਾ। ਹਾਲੇਲੂਇਆ। ਕਿਉਂਕਿ ਸੰਪੂਰਨ ਵਿਸ਼ਵਾਸ ਜਿਹੜਾ ਵਾ ਪ੍ਰਭੂ ਦੇ ਉੱਤੇ ਕਰਨਾ, ਤੇ ਜਦੋਂ ਅਸੀਂ ਕਰ ਲੈਂਦੇ ਹਾਂ ਤੇ ਪ੍ਰਭੂ ਆਪਣੇ ਬੱਚਿਆਂ ਨੂੰ ਕਦੀ ਲੱਜਤ ਤੇ ਸ਼ਰਮਿੰਦਾ ਨਹੀਂ ਹੁੰਦਾ। ਇੱਕ ਡਾਕਟਰ ਸੀ, ਉਹਦੇ ਘਰ ਮੈਂ ਗਵਾਹੀ ਦਿੱਤੀ ਕਿ ਮੈਨੂੰ ਖੁਦ ਸ਼ੂਗਰ ਹੀ ਪ੍ਰਭੂ ਨੇ ਠੀਕ ਕੀਤਾ। ਉਹ ਕਹਿੰਦਾ ਮੈਂ ਮੰਨ ਹੀ ਨਹੀਂ ਸਕਦਾ ਵੀ ਜਿਹਨੂੰ ਇੱਕ ਵਾਰੀ ਸ਼ੂਗਰ ਹੋ ਜੇ ਤੇ ਉਹ ਠੀਕ ਹੋ ਜੇ। ਹਾਲੇਲੂਇਆ। ਮੈਂ ਕਿਹਾ ਵੀ ਤੂੰ ਫੇਰ ਮੰਨੇਗਾ ਕਿ ਸ਼ੂਗਰ ਵਾਲਾ ਤੇ ਇੱਕ ਕੇਲਾ ਨਹੀਂ ਖਾ ਸਕਦਾ, ਤੇ ਮੈਂ ਤੇਰੇ ਸਾਹਮਣੇ ਪੂਰੀ ਦਰਜਨੀ ਖਾ ਲੈਣਾ, ਫਿਰ ਤੈਨੂੰ ਵਿਸ਼ਵਾਸ ਆ ਜਾਊਗਾ। ਹਾਲੇਲੂਇਆ। ਮੇਰਾ ਪ੍ਰਭੂ ਸਭ ਕੁਝ ਕਰ ਸਕਦਾ। ਮੈਂ ਆਪਣੇ ਘਰ ਬਨਾਨਾ ਸੂਪ ਬਣਾ ਕੇ ਪੀਂਦੇ ਆਪਾਂ ਰੋਜ਼। ਮੇਰੇ ਨਾਲ ਜਿਹੜੇ ਲੋਕ ਰਹਿੰਦੇ ਉਹਨਾਂ ਨੂੰ ਪਤਾ ਮੈਂ ਡੇਲੀ ਜੂਸ ਪੀਂਦਾ, ਕੇਲੇ ਦਾ ਜੂਸ, ਗੰਨੇ ਦਾ ਜੂਸ, ਜੋ ਖਾਣਾ ਪੀਣਾ ਜੋ ਇੱਕ ਨਾਰਮਲ ਬੰਦਾ ਖਾਂਦਾ ਵਾ, ਉਸ ਤੋਂ ਵੱਧ ਜਿਹੜੀਆਂ ਉਹ ਚੀਜ਼ਾਂ ਵਰਤਦਾ ਖਾਂਦਾ, ਮੈਨੂੰ ਕੋਈ ਮੁਸ਼ਕਲ। ਹਾਲੇਲੂਇਆ। ਮੇਰੀ ਨਜ਼ਰ ਜਿਹੜੀ ਘਟ ਚੁੱਕੀ ਸੀ, ਮੈਨੂੰ 1.5 ਨੰਬਰ ਦੀ ਐਨਕ ਡਾਕਟਰ ਨੇ ਕਿਹਾ ਸੀ। ਜਦੋਂ ਮੈਂ ਅੱਗੇ ਦੇਖਦਾ ਸੀ ਤਾਂ ਮੈਨੂੰ ਦੂਰ ਤੱਕ ਦੇਖਦਾ ਨਹੀਂ, ਮੇਰੀਆਂ ਅੱਖਾਂ 'ਚ ਪਾਣੀ ਵਗਣਾ ਸ਼ੁਰੂ ਹੁੰਦਾ ਸੀ, ਬਾਈਬਲ ਨਹੀਂ ਸੀ ਪੜ੍ਹੀ ਜਾਂਦੀ।
पर ਜਦੋਂ ਮੈਂ ਪ੍ਰਭੂ ਤੇ ਵਿਸ਼ਵਾਸ ਕੀਤਾ ਤੇ ਪ੍ਰਭੂ ਨੇ ਮੇਰੀ ਸ਼ੂਗਰ ਨੂੰ ਠੀਕ ਕੀਤਾ, ਮੇਰੀ ਨਜ਼ਰ ਯਕਦਮ ਆਪਣੇ ਆਪ ਹੀ ਪੂਰੀ ਠੀਕ ਹੋ ਗਈ। ਹਾਲੇਲੂਇਆ। ਅੱਜ ਮੇਰੀ ਜਿਹੜੀ ਨਜ਼ਰ ਹੈ ਇੱਕ ਬੱਚੇ ਨਾਲੋਂ ਵੀ ਜ਼ਿਆਦਾ ਵਾ। ਹਾਲੇਲੂਇਆ। ਜਿੰਨੀ ਹੁੰਦੀ ਹੈ ਨਜ਼ਰ ਬੰਦੇ ਦੀ, ਉਸ ਤੋਂ ਮੇਰੀ ਨਜ਼ਰ ਜ਼ਿਆਦਾ। ਮੇਰੀ 40 ਸਾਲ ਦੀ ਉਮਰ ਆ, ਪਰ ਮੇਰੀ ਨਜ਼ਰ ਜਿਹੜੀ 25 ਸਾਲ ਦੇ ਬੱਚੇ ਵਾਂਗਾ, ਜਵਾਨ ਦੀ ਤਰ੍ਹਾਂ ਵਾ। ਹਾਲੇਲੂਇਆ। ਕੋਈ ਮੈਂ ਬਾਅਦ 'ਚ ਡਾਕਟਰ ਨੂੰ ਚੈੱਕ ਵੀ ਕਰਾਇਆ ਸੀ, ਔਰ ਡਾਕਟਰ ਨੇ ਕਿਹਾ ਕਿ ਤੁਹਾਨੂੰ ਕੋਈ ਐਨਕ ਲਾਉਣ ਦੀ ਲੋੜ ਨਹੀਂ। ਉਹਨੇ ਬਰੀਕ ਤੋਂ ਬਰੀਕ ਐਕਸਰਾ ਦੇ ਉੱਤੇ ਮੈਨੂੰ ਚੈੱਕ ਕੀਤਾ, ਪਰ ਪ੍ਰਭੂ ਨੇ ਮੇਰੀ ਨਜ਼ਰ ਵੀ ਪੂਰੀ ਕਰ ਦਿੱਤੀ। ਹਾਲੇਲੂਇਆ। ਹਾਲੇਲੂਇਆ। ਲਿਖਿਆ ਕਿ ਜੇ ਅਸੀਂ ਉੱਤੇ ਵਿਸ਼ਵਾਸ ਕਰਦੇ ਆ ਤੇ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਕਿ ਉਹ ਹੈ ਵਾ। ਹਾਲੇਲੂਇਆ। ਤੇ ਨਿਸ਼ਚਾ ਦੇ ਬਾਜੂ ਅਸੀਂ ਉਹਨੂੰ ਕਦੀ ਵੀ ਪ੍ਰਭੂ ਨੂੰ ਖੁਸ਼ ਨਹੀਂ ਕਰ ਸਕਦੇ। ਸਾਨੂੰ ਤੇ ਵਿਸ਼ਵਾਸ ਕਰਨਾ ਹੋਏਗਾ ਕਿ ਉਹ ਹੈਗਾ ਤੇ ਉਹ ਸਭ ਕੁਝ ਕਰ ਸਕਦਾ। ਪਰ ਜਿਹੜੀ ਗੱਲਾਂ ਮੈਂ ਬੋਲਣਿਆ ਇਹ ਬੜੀਆਂ ਔਖੀਆਂ ਵਾ ਇਹ ਵਿਸ਼ਵਾਸ ਕਰਨਾ, ਕਿ ਇੱਕ ਬਿਮਾਰੀ ਦੇ ਵਿੱਚ ਬੰਦਾ ਹੋਏ ਤੇ ਡੇਲੀ ਗੋਲੀ ਖਾਂਦਾ ਤੇ ਯਕਦਮ ਆਪਣੀ ਗੋਲੀ ਨੂੰ ਛੱਡ ਦੇ ਤੇ ਰੱਬ ਤੇ ਵਿਸ਼ਵਾਸ ਕਰਕੇ ਚੌਥੇ ਦਿਨ ਮਠਿਆਈਆਂ ਖਾਣ ਡਿਆ ਹੋਵੇ, ਮਿੱਠੀਆਂ ਚੀਜ਼ਾਂ ਖਾਣ ਡਿਆ ਹੋਵੇ ਪੂਰੀਆਂ ਰੱਜ ਕੇ, ਤੇ ਫਿਰ ਉਹਨੂੰ ਕੋਈ ਗੱਲ ਨਾ। ਇਹਦਾ ਮਤਲਬ ਹੈ ਕਿ ਪਰਮੇਸ਼ਰ ਜਿਹੜਾ ਸੀ ਉਹਨੇ ਮੇਰੇ ਜਿਹੜਾ ਪੈਂਕਰੀਆ ਖਰਾਬ ਹੋ ਚੁੱਕਾ ਸੀ ਜਾਂ ਮੇਰੀ ਬੋਡੀ 'ਚ ਕੋਈ ਵੀ ਪ੍ਰੋਬਲਮ ਸੀ, ਉਹ ਤੋਂ ਉਹਨੇ ਮੈਨੂੰ ਬਿਲਕੁਲ ਚੰਗਾ ਕਰ ਦਿੱਤਾ। ਹਾਲੇਲੂਇਆ। ਹਾਲੇਲੂਇਆ। ਇਹ ਮੇਰੇ ਲਈ ਔਖਾ ਹੀ, ਡਾਕਟਰਾਂ ਲਈ ਇਹ ਕੰਮ ਕਰਨਾ ਔਖਾ ਸੀ, ਔਰ ਪਰਮੇਸ਼ਰ ਅੱਗੇ ਕੁਝ ਵੀ ਔਖਾ ਨਹੀਂ। ਹਾਲੇਲੂਇਆ। ਹਾਲੇਲੂਇਆ। ਮੈਂ ਇਹ ਜ਼ਰੂਰ ਕਹਿੰਦਾ ਕਿ ਜਿਹੜੇ ਬੰਦੇ ਨੂੰ ਪੂਰਾ ਵਿਸ਼ਵਾਸ 100%, ਉਹਨੂੰ ਪ੍ਰਭੂ ਠੀਕ ਕਰ ਸਕਦਾ। ਹਾਲੇਲੂਇਆ। ਪਰ ਜੇ ਤੁਸੀਂ ਠੀਕ ਹੋ ਗਏ ਫਿਰ ਪਾਪ ਵਿੱਚ ਜਾਓਗੇ ਤੇ ਫਿਰ ਉਹ ਦੁਬਾਰਾ ਬਿਮਾਰੀ ਤੁਹਾਡੇ ਉੱਤੇ ਅਟੈਕ ਕਰ ਸਕਦੀ ਹੈ। ਬਾਈਬਲ 'ਚ ਲਿਖਿਆ ਵਾ ਯਹੂਨਾ ਦੀ ਇੰਜੀਲ 5 ਦੇ ਵਿੱਚ ਕਿ ਪ੍ਰਭੂ ਨੇ ਇੱਕ 38 ਸਾਲ ਦੇ ਮਰੀਜ਼ ਨੂੰ ਠੀਕ ਕੀਤਾ, ਪਰ ਪ੍ਰਭੂ ਜਦ ਉਹਨੂੰ ਵਾਪਸ ਫਿਰ ਮਿਲੇ ਥੋੜ੍ਹੇ ਸਮੇਂ ਬਾਅਦ ਤਾਂ ਉਹਨੇ ਕਿਹਾ ਵੇਖ ਹੁਣ ਤੂੰ ਬਿਲਕੁਲ ਹੀ ਠੀਕ ਆ, ਪਰ ਫਿਰ ਪਾਪ ਨਾ ਕਰੀ ਕਿਤੇ ਇਸ ਤੋਂ ਵੀ ਬੁਰੀ ਵਿਪਤਾ ਤੇਰੇ ਉੱਤੇ ਨਾ ਆ ਜਾਏ। ਹਾਲੇਲੂਇਆ। ਪ੍ਰਭੂ ਠੀਕ ਕਰ ਦਿੰਦਾ, ਪਰ ਜਦੋਂ ਬੰਦਾ ਪਰਮੇਸ਼ਰ 'ਚ ਬਣਿਆ ਨਹੀਂ ਰਹਿੰਦਾ, ਉਹਦੀ ਮਹਿਮਾ ਨਹੀਂ ਕਰਦਾ, ਉਹਦੀ ਵਡਿਆਈ ਨਹੀਂ ਕਰਦਾ, ਕਈ ਲੋਕਾਂ 'ਤੇ ਉਹ ਦੁਬਾਰਾ ਫਿਰ ਮੁਸ਼ਕਲ ਆਉਂਦੀ ਤੇ ਅੱਗੇ ਨਾਲੋਂ ਵੀ ਜ਼ਿਆਦਾ ਉਹਨੂੰ ਮੁਸ਼ਕਲ ਲੱਗਦੀ। ਹਾਲੇਲੂਇਆ। ਪਰ ਤਕਰੀਬਨ ਮੈਨੂੰ ਅੱਜ 6-7 ਸਾਲ ਹੋ ਚੁੱਕੇ ਆ, ਪ੍ਰਭੂ ਨੇ ਮੈਨੂੰ ਠੀਕ ਕੀਤਾ ਵਾ, ਔਰ ਮੈਨੂੰ ਕਦੀ ਵੀ ਕੋਈ ਗੋਲੀ ਖਾਣ ਦੀ ਜ਼ਰੂਰਤ ਨਹੀਂ ਪਈ। ਮੇਰੀ ਨਜ਼ਰ ਵੀ ਬਿਲਕੁਲ ਠੀਕ ਆ, ਔਰ ਮੈਂ ਬਿਲਕੁਲ ਬਰੀਕ ਤੋਂ ਬਰੀਕ ਪੜ੍ਹ ਸਕਦਾ ਵਾਂ। ਮੈਨੂੰ ਬਿਲਕੁਲ ਕੋਈ ਪ੍ਰੋਬਲਮ ਇਹੋ ਜਿਹੀ ਹੈ ਹੀ ਨਹੀਂ ਮੇਰੀ ਬੋਡੀ 'ਚ ਕਿ ਜਿਹਦੇ ਕਰਕੇ ਮੈਂ ਕਹਾਂ ਕਿ ਮੈਂ ਇੱਕ ਮਰੀਜ਼ ਹਾਂ, ਪਰ ਮਰੀਜ਼ ਤੋਂ ਪ੍ਰਭੂ ਨੇ ਮੈਨੂੰ ਚੰਗਾ ਕਰ ਦਿੱਤਾ। ਹਾਲੇਲੂਇਆ। ਗੱਲ ਆ ਵਿਸ਼ਵਾਸ ਦੀ। ਪ੍ਰਭੂ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਕਰ ਸਕਦਾ। ਹਾਲੇਲੂਇਆ। ਜਦ ਅਸੀਂ ਮਰਕਸ ਦੀ ਇੰਜੀਲ 5 ਦੇ ਪੜ੍ਹਦੇ ਹਾਂ ਤੇ ਲਿਖਿਆ ਕਿ ਇੱਕ 12 ਸਾਲ ਦੀ ਰੋਗਣ ਸੀ, ਜਿਹੜੀ ਲੋਕੀ ਵੈਦਾਂ ਕੀਮਾ ਕੋ ਠੀਕ ਹੁੰਦੇ ਆ ਤਾਂ ਵੈਦਾਂ ਕੀਮਾ ਕੋ ਦਵਾਈਆਂ ਖਾ ਕੇ ਉਹਦਾ ਹਾਲ ਪਹਿਲੇ ਨਾਲ ਵੀ ਬੁਰਾ ਹੋ ਚੁੱਕਾ। ਹਾਲੇਲੂਇਆ। ਪੈਸਾ ਵੀ ਖਤਮ ਹੋ ਗਿਆ ਤੇ ਸਾਰੀ ਜਗ੍ਹਾ ਵੀ ਘੁੰਮ ਫਿਰ ਲਿਆ, ਪਰ ਕਿਤੇ ਆਰਾਮ ਨਹੀਂ ਆਇਆ। ਉਹ ਬੜੀ ਪਰੇਸ਼ਾਨ ਹੋ ਗਈ, ਦੁਖੀ ਹੋ ਗਈ। ਹਾਲੇਲੂਇਆ। ਪਰ ਜਦ ਉਹਨੇ ਯਿਸੂ ਦੇ ਬਾਰੇ ਸੁਣਿਆ ਤੇ ਇੱਕ ਜਿੱਦਾਂ ਬੁਝਿਆ ਹੋਇਆ ਚਿਰਾਗ ਜਿਹੜਾ ਉਹਦੇ ਦਿਲ ਵਿੱਚ ਜਗਿਆ। ਹਾਲੇਲੂਇਆ। ਤੁਸੀਂ ਦੇਖਿਆ ਕਿ ਜਦੋਂ ਬੰਦਾ ਬਹੁਤ ਹੀ ਜ਼ਿਆਦਾ ਬਿਮਾਰੀ ਦੀ ਹਾਲਾਤ ਵਿੱਚ ਹੁੰਦਾ ਤੇ ਜਦੋਂ ਇੱਕ ਡਾਕਟਰ ਕੋਲ ਜਾਂਦਾ ਜਵਾਬ, ਦੂਸਰੇ ਕੋਲ ਜਾਂਦਾ ਜਵਾਬ, ਤੀਸਰੇ ਕੋਲ ਜਾਂਦਾ ਜਵਾਬ, ਜਦੋਂ ਉਹਨੂੰ ਜਵਾਬ ਮਿਲਣਾ ਸ਼ੁਰੂ ਹੋ ਜਾਂਦਾ ਵਾ, ਸਿਆਣਿਆਂ ਕੋਲ ਜਾਂਦਾ ਜਾਂ ਕਿਤੇ ਵੀ ਜਾਂਦਾ, ਜਦੋਂ ਉਹਨੂੰ ਜਵਾਬ ਮਿਲਦਾ ਤਾਂ ਉਹਦਾ ਦਿਲ ਕੀ ਹੋ ਜਾਂਦਾ ਵਾ, ਟੁੱਟ ਜਾਂਦਾ। ਕਈ ਮਰੀਜ਼ਾਂ ਦੇ ਬਾਰੇ ਸੁਣਿਆ ਕਿ ਜਦੋਂ ਡਾਕਟਰ ਨੇ ਜਵਾਬ ਦੇ ਦਿੱਤਾ ਤਾਂ ਉਸ ਤੋਂ ਬਾਅਦ ਹੀ ਕੀ ਹੋ ਗਈ, ਉਹਦੀ ਮੌਤ। ਹਾਲੇਲੂਇਆ। ਉਸ ਭੈਣ ਨੂੰ ਕੀ ਕੀਤਾ ਸੀ, ਵੈਦਾਂ ਹਕੀਮਾਂ ਕੋਲ ਜਾ ਕੇ ਹੁਣ ਉਹਨੂੰ ਕੋਈ ਵੀ ਉਹਦਾ ਇਲਾਜ ਕਰਕੇ ਖੁਸ਼ ਨਹੀਂ, ਕਿਉਂਕਿ ਕਿਸੇ ਕੋਲ ਵੀ ਉਹਦੀ ਬਿਮਾਰੀ ਦਾ ਕੋਈ ਉਪਾਅ ਨਹੀਂ ਸੀ, ਕੋਈ ਇਲਾਜ ਨਹੀਂ। ਹਾਲੇਲੂਇਆ। ਪਰ ਜਦੋਂ ਉਹਨੇ ਯਿਸੂ ਦੇ ਬਾਰੇ ਸੁਣਿਆ ਤੇ ਇੱਕ ਬੁਝਿਆ ਹੋਇਆ ਚਿਰਾਗ ਜਿਹੜਾ ਉਹਦੇ ਦਿਲ ਵਿੱਚ ਜਗਣਾ ਸ਼ੁਰੂ ਹੋ ਗਿਆ। ਉਹਨੇ ਵਿਸ਼ਵਾਸ ਕੀਤਾ, ਸੱਚਮੁੱਚ ਜੇ ਮੈਂ ਜਾਊਂਗੀ ਤੇ ਮੈਂ ਵਿਸ਼ਵਾਸ ਕਰਦੀ ਕਿ ਉਹਦਾ ਪੱਲਾ ਹੀ ਸੂ ਲਿਆ ਤੇ ਮੈਂ ਚੰਗੀ। ਹਾਲੇਲੂਇਆ। ਔਰ ਵਚਨ 'ਚ ਲਿਖਿਆ ਕਿ ਭੀੜ ਨੂੰ ਚੀਰਦੀ ਹੋਈ ਯਿਸੂ ਦੇ ਕੋਲ ਗਈ।
ਤੁਹਾਨੂੰ ਪਤਾ ਯਿਸੂ ਦੇ ਮਗਰ ਕਿੰਨੀ ਭੀੜ ਹੋ ਸਕਦੀ ਹੈ। ਬਹੁਤ ਲੋਕ ਸੀ, ਯਿਸੂ ਨੂੰ ਮਿਲਣਾ ਬਹੁਤ ਔਖੀ ਗੱਲ ਸੀ, ਉਹਨੂੰ ਸੁਣਨਾ ਬੜੀ ਔਖੀ ਗੱਲ ਸੀ। ਫਿਰ ਉਹ ਭੈਣ ਹੈ ਵੀ ਬਿਮਾਰ ਸੀ, ਬੜੀ ਵੀਕ ਕਮਜ਼ੋਰ ਹੋ ਚੁੱਕੀ ਬਿਮਾਰੀ ਦੇ ਕਰਕੇ, ਤੇ ਉਹਨੂੰ ਚੱਲਣਾ ਫਿਰਨਾ ਵੀ ਬਹੁਤ ਮੁਸ਼ਕਲ ਸੀ। ਪਰ ਉਹਨੇ ਆਪਣੀ ਹਿੰਮਤ ਨਹੀਂ ਛੱਡੀ, ਆਪਣਾ ਵਿਸ਼ਵਾਸ ਨਹੀਂ ਢਿੱਲਾ ਕੀਤਾ, ਵਿਸ਼ਵਾਸ ਨਾਲ ਗਈ ਤੇ ਉਹਨੇ ਯਿਸੂ ਦੇ ਜਿਹੜਾ ਕੱਪੜਾ ਸੀ ਉਹਨੂੰ ਕੀ ਕੀਤਾ, ਸੂਇਆ, ਤੇ ਉਸੇ ਵੇਲੇ ਹੀ ਉਹਦੀ ਬਿਮਾਰੀ ਚਲੀ ਗਈ ਤੇ ਉਹ ਬਿਲਕੁਲ ਚੰਗੀ ਹੋ ਗਈ। ਹਾਲੇਲੂਇਆ। ਯਿਸੂ ਨੇ ਕਿਹਾ ਮੇਰੇ ਵਿੱਚ ਸ਼ਕਤੀ ਨਿਕਲੀ ਆ, ਮੈਨੂੰ ਕਿਹਨੇ ਸੂਇਆ ਵਾ। ਉਹਦੇ ਚੇਲੇ ਕਹਿਣ ਲੱਗੇ ਪ੍ਰਭੂ ਬਹੁਤ ਜ਼ਿਆਦਾ ਭੀੜ ਆ, ਲੋਕ ਕੀ ਕਰੇ ਉੱਤੇ ਡਿੱਗਦੇ ਪਏ। ਹਾਲੇਲੂਇਆ। ਪਰ ਯਿਸੂ ਨੇ ਕਿਹਾ ਮੈਨੂੰ ਕਿਸੇ ਨੇ ਵਿਸ਼ਵਾਸ ਨਾਲ ਛੂਇਆ ਵਾ। ਪਰ ਵਚਨ ਚ ਲਿਖਿਆ ਭੈਣ ਕੰਬਦੀ ਅੱਗੇ ਆਈ, ਉਹ ਡਰਦੀ। ਹਾਲੇਲੂਇਆ। ਪਰ ਉਹਨੇ ਕਿਹਾ ਕਿ ਮੈਂ ਸੂਇਆ। ਉਹਨੇ ਕਿਹਾ ਭੈਣ ਜਾ ਬੇਟੀ ਚਲੀ ਜਾ, ਤੂੰ ਆਪਣੀ ਬਲਾ ਤੋਂ ਕੀ ਹੋ ਗਈ ਆ, ਸੁੱਟ ਗਈ। ਹਾਲੇਲੂਇਆ। ਹਾਲੇਲੂਇਆ। ਬਹੁਤ ਸਮਾਂ, ਥੋੜਾ ਸਮਾਂ ਪਹਿਲਾਂ ਦੀ ਗੱਲ ਆ, ਤਕਰੀਬਨ 4 ਜਾਂ 5 ਸਾਲ ਪਹਿਲਾਂ ਦੀ ਗੱਲ। ਇਹੀ ਲਹੂ ਬਹਿਣ ਦਾ ਰੋਗ ਸੀ ਇੱਕ ਭੈਣ ਨੂੰ ਪਿੰਡ ਪੰਡੋਰੀ ਦੇ ਵਿੱਚ। ਉਹ ਅਣਜਾਤੀ ਦੇ ਵਿੱਚੋਂ ਹੀ। ਔਰ ਜਦ ਮੈਂ ਇੱਦਾਂ ਪ੍ਰਚਾਰ ਕਰਦਾ ਤੇ ਇੱਕ ਭੈਣ ਨੇ ਵਚਨ ਸੁਣਿਆ ਤੇ ਉਹਨੇ ਜਾ ਕੇ ਉਹਨਾਂ ਨੂੰ ਦੱਸਿਆ ਕਿ ਯਿਸੂ ਮਸੀਹ ਜਿਹੜਾ ਵਾ ਤੈਨੂੰ ਇਸ ਵਬਾ ਤੋਂ ਚੰਗਾ ਕਰ ਸਕਦਾ। ਉਹਦਾ ਪਤੀ ਕਿਸੇ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਘਰੋਂ ਕਾਫੀ ਗਰੀਬ ਸੀ। ਔਰ ਡਾਕਟਰਾਂ ਨੇ ਉਹਨੂੰ ਆਪਰੇਸ਼ਨ ਕਰਨ ਵਾਸਤੇ ਕਿਹਾ ਸੀ ਵੀ ਇਹਦਾ ਆਪਰੇਸ਼ਨ ਹੋਣਾ ਹੈ। ਔਰ ਉਹਨੇ ਜਦ ਸੁਣਿਆ ਤੇ ਸਾਨੂੰ ਬੁਲਾਇਆ ਆਪਣੇ ਘਰ। ਉਹਨੇ ਦੱਸਿਆ ਕਿ ਮੈਨੂੰ ਇਹ ਰੋਗ ਆ ਤੇ ਤਾਂ ਮੇਰਾ ਆਪਰੇਸ਼ਨ ਹੋਣਾ ਵਾ ਤੇ ਤੁਸੀਂ ਮੇਰੀ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਮੈਨੂੰ ਚੰਗਾ ਕਰ ਦੇ ਤੇ ਮੈਂ ਪ੍ਰਭੂ ਤੇ ਵਿਸ਼ਵਾਸ ਕਰਾਂ। ਅਸੀਂ ਗਏ, ਪ੍ਰਾਰਥਨਾ ਕੀਤੀ, ਇੱਕੋ ਵਾਰੀ ਪ੍ਰਾਰਥਨਾ ਕੀਤੀ ਔਰ ਪਰਮੇਸ਼ਰ ਨੇ ਉਸ ਭੈਣ ਨੂੰ ਲਹੂ ਬਹਿਣ ਦੇ ਰੋਗ ਤੋਂ ਕੀ ਕਰ ਦਿੱਤਾ, ਚੰਗਾ ਕਰ ਦਿੱਤਾ। ਹਾਲੇਲੂਇਆ। ਹਾਲੇਲੂਇਆ। ਮੈਂ ਬਹੁਤ ਵਾਰੀ ਦੇਖਿਆ ਵੱਡੇ ਵੱਡੇ ਰੋਗਾਂ ਦੇ ਲਈ ਕੋਈ ਘੰਟੇ ਪ੍ਰਾਰਥਨਾ ਨਹੀਂ ਕੀਤੀ, ਬਸ 1 ਮਿੰਟ ਜਾਂ 2 ਮਿੰਟ। ਹਾਲੇਲੂਇਆ। ਤੇ ਲੋਕਾਂ ਨੇ ਗਵਾਹੀ ਦਿੱਤੀ ਕਿ ਪ੍ਰਭੂ ਨੇ ਮੈਨੂੰ ਚੰਗਾ। ਬਾਈਬਲ 'ਚ ਇੱਕ ਗੱਲ ਲਿਖੀ ਹੈ ਕਿ ਜੇ ਪ੍ਰਾਰਥਨਾ ਕਰਨ ਵਾਲਾ ਵੀ ਵਿਸ਼ਵਾਸ ਕਰੇ, ਪ੍ਰਾਰਥਨਾ ਕਰਾਉਣ ਵਾਲਾ ਵੀ ਵਿਸ਼ਵਾਸ ਕਰੇ, ਤੇ ਲਿਖਿਆ ਕਿ ਪਰਮੇਸ਼ਰ ਉਹਨਾਂ ਨੇ ਚਮਤਕਾਰ ਕਰਦਾ ਹੈ। ਹਾਲੇਲੂਇਆ। ਜਿਹੜਾ ਵਿਸ਼ਵਾਸ, ਸਾਡਾ ਵਿਸ਼ਵਾਸ ਆ, ਵਿਸ਼ਵਾਸ ਦੇ ਨਾਲ ਹੀ ਕੰਮ ਹੋਣੇ ਆ। ਜੇ ਸਾਡੇ ਅੰਦਰ ਵਿਸ਼ਵਾਸ ਨਹੀਂ ਹੈ ਤੇ ਸਾਡੇ ਲਈ ਕੰਮ ਨਹੀਂ ਹੋ ਸਕਦਾ। ਹੋ ਸਕਦਾ ਤੁਸੀਂ ਬਹੁਤ ਪ੍ਰਾਰਥਨਾ ਕਰਨ ਵਾਲੇ ਹੋ, ਪਰ ਕਈ ਲੋਕੀ ਪ੍ਰਾਰਥਨਾ ਕਰਦੇ ਪਰ ਪ੍ਰਭੂ ਤੇ ਵਿਸ਼ਵਾਸ ਨਹੀਂ। ਕਈਆਂ ਦਾ ਸੁਭਾਅ ਹੁੰਦਾ, ਹੁਣ ਪ੍ਰਾਰਥਨਾ ਕਰਾ ਲਈ, 5 ਮਿੰਟ ਬਾਅਦ ਫਿਰ ਪ੍ਰਾਰਥਨਾ ਕਰਾ ਲਈ, ਘੰਟੇ ਬਾਅਦ ਫਿਰ ਪ੍ਰਾਰਥਨਾ ਕਰਾ ਲਈ, ਫਿਰ 2 ਘੰਟੇ ਬਾਅਦ ਪ੍ਰਾਰਥਨਾ। ਜਦੋਂ ਪ੍ਰਾਰਥਨਾ ਕੀਤੀ ਜਾਂਦੀ ਆ ਤੇ ਉਦੋਂ ਵਿਸ਼ਵਾਸ ਕਰਨਾ ਤੇ ਸਿਰਫ ਉਹਦਾ ਧੰਨਵਾਦ ਕਰਨਾ ਮੈਂ ਪ੍ਰਭੂ ਦਾ। ਹਾਲੇਲੂਇਆ। ਸ਼ੱਕ ਨਹੀਂ ਰੱਖਣਾ, ਫੇਰ ਨਹੀਂ ਕਹਿਣਾ ਪਾਸਟਰ ਜੀ ਕਰੋ ਫੇਰ ਦੁਆ, ਇਹ ਗੱਲ ਨਹੀਂ ਕਹਿਣੀ। ਬਸ ਦੁਆ ਕਰਾ ਲਈ ਹੈ, ਫਿਰ ਧੰਨਵਾਦ ਕਰਨਾ ਪ੍ਰਭੂ ਦਾ। ਕਿਉਂਕਿ ਜੋ ਪ੍ਰਭੂ ਦੇ ਲੋਕ ਬੋਲ ਦਿੰਦੇ ਆ ਤੇ ਅਸੀਂ ਵਿਸ਼ਵਾਸ ਕਰਦੇ ਆ ਤੇ ਸਾਡੇ ਲਈ ਹੋ ਜਾਂਦਾ। ਹਾਲੇਲੂਇਆ। ਜਦੋਂ ਪ੍ਰਭੂ ਨੇ ਮੂਸਾ ਨੂੰ ਕਿਹਾ ਵੀ ਤੁਸੀਂ ਸਮੁੰਦਰ ਨੂੰ ਕੀ ਕਰ, ਆਪਣਾ ਹੱਥ ਵਧਾ। ਹਾਲੇਲੂਇਆ। ਤੇ ਪਾਣੀ ਉਸੇ ਵੇਲੇ 2 ਭਾਗ ਨਹੀਂ ਹੋ ਗਿਆ। ਲਿਖਿਆ ਸਾਰੀ ਰਾਤ ਹਵਾ ਵਗਦੀ ਰਹੀ ਤੇ ਪਾਣੀ ਫਿਰ ਕੀ ਹੋ ਗਿਆ, 2 ਭਾਗਾਂ ਵਿੱਚ। ਹਾਲਾਂਕਿ ਪਰਮੇਸ਼ਰ ਕਰ ਰਿਹਾ ਸੀ ਉਸ ਕੰਮ ਨੂੰ। ਹਾਲੇਲੂਇਆ। ਜੇ ਤੁਹਾਡੀ ਕੋਈ ਬਵਾ ਬਿਮਾਰੀ ਆ, ਕੋਈ ਰਸੌਲੀ ਆ ਜਾਂ ਕੋਈ ਵੀ ਜ਼ਖਮ ਆ ਤੁਹਾਡਾ, ਜਦੋਂ ਪ੍ਰਭੂ ਦੇ ਲੋਕ ਬੋਲ ਦਿੰਦੇ ਆ ਤੇ ਉਹ ਬਿਮਾਰੀ ਕੱਟੀ ਜਾਂਦੀ ਆ, ਪਰ 1-2 ਦਿਨ ਵਿੱਚ ਸਾਨੂੰ ਉਹਦਾ ਪੂਰੀ ਤਰ੍ਹਾਂ ਰਿਜ਼ਲਟ ਸਾਹਮਣੇ ਆ ਜਾਂਦਾ। ਹਾਲੇਲੂਇਆ। ਮੇਰੇ ਕੋਲ ਇੱਕ ਭਾਈ ਨੇ ਪ੍ਰਾਰਥਨਾ ਕਰਾਈ, ਉਹਨਾਂ ਦੀ ਪੱਥਰੀ ਜਿਹੜੀ ਗੁਰਦੇ ਦੀ ਟੁੱਟ ਕੇ ਤੇ ਬਾਥਰੂਮ ਵਾਲੀ ਨਾੜੀ ਵਿੱਚ ਫਸ ਗਈ। ਉਹ ਕਾਫੀ ਘਰੋਂ ਗਰੀਬ ਸੀ ਔਰ ਡਾਕਟਰ ਕੋਲ ਗਿਆ, ਉਹਨਾਂ ਕਿਹਾ ਕਿ ਆਪਰੇਸ਼ਨ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ। ਉਹਨਾਂ 25000 ਰੁਪਇਆ ਆਪਰੇਸ਼ਨ ਦਾ ਉਹਨਾਂ ਕੋਲ ਮੰਗਿਆ। ਕੁਝ ਵਾਰੇ ਪੈਸੇ ਹੀ ਲੱਭਦੇ ਰਹੇ, ਕਦੀ ਇਹਦੇ ਕੋਲ ਚੱਲ ਜਾ ਪੁੱਛਣ, ਕਦੀ ਦੂਸਰੇ ਕੋਲ। 1 ਦਿਨ ਬੀਤ ਗਿਆ, 2 ਦਿਨ ਬੀਤ ਗਏ, ਉਹਨਾਂ ਕੋਲ ਪੈਸੇ ਨਾ ਬਣਨ ਤੇ ਪੱਥਰੀ ਕਢਾਈ ਨਾ ਜਾਏ ਤੇ ਉਹਦੇ ਅੰਦਰ ਬਾਥਰੂਮ ਜਮ੍ਹਾਂ ਹੋ ਕੇ ਉਹਦਾ ਪੇਟ ਫੁੱਲਦਾ ਜਾਏ। ਉਹ ਬਹੁਤ ਤੰਗ ਹੀ ਬੱਚਾ। ਮੈਂ ਕਿਸੇ ਦੇ ਘਰ ਪ੍ਰਾਰਥਨਾ ਕਰਨ ਗਿਆ, ਉੱਥੇ ਉਹ ਵੀ ਆ ਗਏ। ਉਹ ਕਹਿੰਦੇ ਪਾਸਟਰ ਜੀ ਦੁਆ ਕਰੋ, ਨਾ ਤੇ ਸਾਡੇ ਕੋਲ ਪੈਸਾ ਵਾ ਤੇ ਇਹ ਬੱਚਾ ਵੀ ਬਹੁਤ ਪਰੇਸ਼ਾਨ ਆ। ਮੈਂ ਕੋਈ ਨਹੀਂ, ਵਿਸ਼ਵਾਸ ਕਰੋ। ਪ੍ਰਾਰਥਨਾ ਕੀਤੀ, ਉਸੇ ਵੇਲੇ ਪੱਥਰੀ ਬਾਹਰ ਨਹੀਂ ਨਿਕਲੀ। ਉਹ ਚਲੇ ਗਏ,
ਇੱਕ ਦਿਨ ਛੱਡ ਕੇ ਅਗਲੀ ਰਾਤ ਉਹ ਆਪਣੇ ਆਪ ਹੀ ਬਾਥਰੂਮ ਦੁਆਰਾ ਪੱਥਰੀ ਬਾਹਰ ਆ ਗਈ ਤੇ ਬਿਨਾਂ ਆਪਰੇਸ਼ਨ ਦੇ ਉਹ ਬੱਚਾ ਬਿਲਕੁਲ ਠੀਕ ਹੋ ਗਿਆ। ਹਾਲੇਲੂਇਆ, ਹਾਲੇਲੂਇਆ। ਉਹਨਾਂ ਦਾ ਪਿੰਡ ਘਮਾਣ ਪਿੰਡ ਦੇ ਲਾਗੇ ਪੈਂਦਾ ਵਾ। ਇੱਥੇ ਤੁਗਲਵਾਲ ਦੇ ਰਿਸ਼ਤੇਦਾਰ ਇੱਥੇ ਉਹ ਆਏ ਸੀ ਤੇ ਇੱਥੇ ਉਹਨਾਂ ਨੇ ਪ੍ਰਾਰਥਨਾ ਕੀਤੀ ਤੇ ਪ੍ਰਭੂ ਨੇ ਉਹਨਾਂ ਨੂੰ ਠੀਕ ਕਰ ਦਿੱਤਾ। ਹਾਲੇਲੂਇਆ। ਇੱਕ ਦਿਨ ਅਸੀਂ ਉਸ ਪਿੰਡ ਥਾਣੀ ਨਿਕਲ ਰਹੇ ਸੀ, ਅੱਗੇ ਘਮਾਣਾ ਤੋਂ ਅਸੀਂ ਆ ਰਹੇ, ਮੈਂ ਔਰ ਮੇਰੀ ਪਤਨੀ, ਤੇ ਉਸ ਭੈਣ ਨੇ ਸਾਨੂੰ ਕਿਤੇ ਜਾਂਦੇ ਦੇਖਿਆ ਸੀ। ਸਾਨੂੰ ਨਹੀਂ ਪਤਾ ਵੀ ਇਹਨਾਂ ਦਾ ਇਹ ਪਿੰਡ ਆ। ਅਸੀਂ ਜਦ ਵਾਪਸ ਆਏ ਤਾਂ ਸਾਨੂੰ ਆਵਾਜ਼ਾਂ ਮਾਰਨ, ਉਸ ਭੈਣ ਨੇ ਮੂੰਹ ਮਾਮਲੇਟਿਆ, ਸਿਆਲੀ ਦਿਨ ਹੀ ਉਹ ਤਾਂ ਆਵਾਜ਼ਾਂ ਮਾਰਨ। ਮੇਰੀ ਪਤਨੀ ਕਹਿੰਦੀ ਸਾਨੂੰ ਕੋਈ ਆਵਾਜ਼ਾਂ ਮਾਰਦਾ ਪਿਛਲੇ। ਮੈਂ ਸਾਡਾ ਕੋਈ ਵਾਕ ਵੀ ਹੈ ਨਹੀਂ, ਇਹਨੂੰ ਆਵਾਜ਼ਾਂ ਕਿੰਨੇ ਮਾਰਨੇ, ਹੋਰ ਕਿਸੇ ਨੂੰ ਮਾਰ ਦੇਣੇ ਆ। ਤੇ ਅਸੀਂ ਫੇਰ ਹੌਲੀ ਕਰਕੇ ਫੇਰ ਤੋਰਨ ਲੱਗੇ। ਉਹ ਹੋਰ ਦੌੜੇ ਆਏ ਅੱਡੇ ਵੱਲ ਨੂੰ। ਰਹੀ ਮੋਟਰਸਾਈਕਲ ਖਿਲਾ ਰਿਹਾ, ਆਖਿਆ ਹਾਂਜੀ। ਉਹਨੇ ਮੂੰਹ ਤਾਂ ਕੱਪੜਾ ਲਾਇਆ, ਆਂਦੇ ਤੁਸੀਂ ਪਛਾਣਿਆ ਨਹੀਂ ਮੈਨੂੰ। ਮੈਂ ਨਹੀਂ ਭੈਣ ਜੀ। ਹਾਲੇਲੂਇਆ। ਆਂਦੇ ਤੁਸੀਂ ਸਾਡੇ ਬੇਟੇ ਲਈ ਪ੍ਰਾਰਥਨਾ ਕੀਤੀ ਸੀ, ਅਸੀਂ ਤੁਹਾਨੂੰ ਜਾਣਦਿਆਂ ਵੇਖੇ ਉਦੋਂ ਦੇ ਸੜਕੇ ਬੈਠੇ ਘਾਉਂਦਾ ਕੀ ਕਰਨਾ ਸੀ ਪਾਸਟਰ ਨੂੰ ਆਪਣੇ ਘਰ। ਆਂਦੇ ਦੀ ਪ੍ਰਾਰਥਨਾ ਕੀਤੀ, ਉਦੋਂ ਦਾ ਹੀ ਬੇਟਾ ਸਾਡਾ ਠੀਕ ਹੈ। ਉਹਦੀ ਪੱਥਰੀ ਰਾਤ ਕੀ ਹੋ ਗਿਆ ਸੀ ਨਿਕਲ ਗਈ ਤੇ ਪਰਮੇਸ਼ਰ ਨੇ ਸਾਨੂੰ ਆਪਰੇਸ਼ਨ ਤੋਂ ਕੀ ਕੀਤਾ ਵਾ, ਬਚਾਇਆ। ਹਾਲੇਲੂਇਆ। ਫਿਰ ਸਾਨੂੰ ਘਰ ਲੈ ਕੇ ਗਏ, ਸਾਨੂੰ ਚਾਹ ਪਾਣੀ ਪਿਆਇਆ, ਬੜੀ ਇੱਜ਼ਤ ਕੀਤੀ, ਬੜਾ ਪਿਆਰ ਕੀਤਾ। ਹਾਲੇਲੂਇਆ। ਇਸ ਕਰਕੇ ਨਿਸ਼ਚਾ ਨਾਲ ਪ੍ਰਾਰਥਨਾ ਕੀਤੀ ਜਿਹੜੀ ਆ, ਵਿਸ਼ਵਾਸ ਨਾਲ ਪ੍ਰਾਰਥਨਾ ਕਰਾਈ ਜਿਹੜੀ ਆ, ਉਹ ਚਮਤਕਾਰ ਨੂੰ ਕੀ ਕਰ ਦਿੰਦੀ, ਪੈਦਾ ਕਰ ਦਿੰਦੀ। ਹਾਲੇਲੂਇਆ। ਹੋਰ ਵੀ ਬਹੁਤ ਸਾਰੇ ਵਚਨ ਨੇ, ਮੈਂ ਬਾਈਬਲ ਦੇ ਵਿੱਚੋਂ ਤੁਹਾਨੂੰ ਦੱਸਾਂ ਤਾਂ ਆਉਣ ਵਾਲੇ ਸਮੇਂ 'ਚ ਮੈਂ ਇਕੱਲਾ ਕਰਕੇ ਤੁਹਾਨੂੰ ਸਿਖਾਊਂਗਾ ਕਿ ਜੇ ਅਸੀਂ ਵਿਸ਼ਵਾਸ ਕਰਦੇ ਹਾਂ ਤੇ ਪ੍ਰਭੂ ਅੱਗੇ ਕੋਈ ਕੰਮ ਮੁਸ਼ਕਲ। ਜੋ 12 ਸਾਲ ਦੀ ਰੋਗਨ ਨੂੰ ਠੀਕ ਕਰ ਸਕਦਾ ਤੇ ਸਾਡਾ ਕੋਈ ਰੋਗ ਉਹਦੇ ਅੱਗੇ ਵੱਡਾ, ਸਾਡੀ ਬਿਮਾਰੀ ਕੋਈ ਉਹਦੇ ਅੱਗੇ ਵੱਡੀ ਨਹੀਂ ਆ। ਸਿਰਫ ਅਸੀਂ ਉੱਤੇ ਵਿਸ਼ਵਾਸ ਕਰਨਾ, ਸ਼ੱਕ ਨਹੀਂ ਕਰਨਾ। ਸਤਾਨ ਸ਼ੱਕ ਪਾਉਂਦਾ ਵਾ ਕਿ ਨਹੀਂ ਦੁਆ ਨਾ ਕੀਤਾ ਕੰਮ ਹੋ ਸਕਦਾ ਵਾ, ਪਰ ਤੁਸੀਂ ਸਤਾਨ ਇੱਕੋ ਗੱਲ ਕਹੋ ਕਿ ਮੇਰਾ ਖੁਦਾ ਸਭ ਕੁਝ ਕਰ ਸਕਦਾ। ਜਿਹੜਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪਰਮੇਸ਼ਰ ਆ, ਮਨੁੱਖ ਨੂੰ ਬਣਾਉਣ ਵਾਲਾ ਪਰਮੇਸ਼ਰ ਆ, ਉਹ ਮੈਨੂੰ ਚੰਗਾ ਵੀ ਕਰ ਸਕਦਾ। ਇਸ ਕਰਕੇ ਪ੍ਰਭੂ ਤੇ ਵਿਸ਼ਵਾਸ ਕਰਨਾ ਵਾ, ਸ਼ੱਕ ਨਹੀਂ ਕਰਨਾ। ਜੇ ਤੁਹਾਡੇ ਵਿੱਚ ਕੋਈ ਵੀ ਜਗ੍ਹਾ ਤੇ ਬਿਮਾਰ ਆ, ਅੱਜ ਅਸੀਂ ਪ੍ਰਾਰਥਨਾ ਕਰਨੀ ਆ, ਤੁਸੀਂ ਵਿਸ਼ਵਾਸ ਕਰਨਾ ਵਾ ਤੇ ਤੁਸੀਂ ਐਤਵਾਰ ਗਵਾਹੀ ਦੇ ਨਾਲ ਵਾਪਸ ਆਓਗੇ। ਪ੍ਰਭੂ ਸਭ ਨੂੰ ਬਰਕਤ ਦੇ, ਸਭ ਨੂੰ ਆਸੀਸ ਦੇ, ਸਭ ਨੂੰ ਜੈ ਮਸੀਹ ਦੀ।